ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨਾ ਸਿਮਰੋ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਲੜੀਵਾਰ ਗੁਰ ਇਤਿਹਾਸ ਕਥਾ ਵਿਚਾਰਾਂ ਦੀ ਬਖਸ਼ਿਸ਼ ਹੋਈ ਹੈ। ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ। ਪਾਈਏ ਆਗਿਆ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਬੇ और भाई मरदाने ਨੂੰ ਲੈ ਕਰਕੇ ਮਹਾਰਾਜ ਆਪਣੀ ਤੀਸਰੀ ਉਦਾਸੀ ਆਰੰਭ ਕਰਦੇ ਨੇ। ਸਤਿਗੁਰੂ ਜੀ ਆ ਕਰਕੇ ਮਹਾਰਾਜ ਜੀ ਭਾਈ ਬਾਲੇ ਮਰਦਾਨੇ ਨੂੰ ਪੁੱਛਦੇ ਨੇ ਕਿ ਹੁਣ ਕਿਸ ਰਸਤੇ ਜਾਣਾ ਕਰੀਏ। ਭਾਈ ਬਾਲਾ ਜੀ ਆਖਦੇ ਨੇ ਮਹਾਰਾਜ ਜਿਸ ਰਸਤੇ ਵੀ ਆਪ ਜੀਆਂ ਨੇ ਜਾਣਾ ਹੈ ਕਿਰਪਾ ਕਰਕੇ ਅੱਗੇ ਤੁਰੋ, ਅਸੀਂ ਆਪ ਜੀਆਂ ਦੇ ਪਿੱਛੇ ਪਿੱਛੇ ਆਵਾਂਗੇ। ਮਹਾਰਾਜ ਜੀਆਂ ਨੇ ਜਦੋਂ ਸੁਮੇਰ ਪਰਬਤ ਵੱਲ ਜਾਣਾ ਕੀਤਾ ਹੈ, ਰਸਤੇ ਵਿੱਚ ਜਾਂਦਿਆਂ ਭਾਈ ਮਰਦਾਨੇ ਨੇ ਇੱਕ ਸਵਾਲ ਕੀਤਾ ਹੈ ਕਿ ਸਤਿਗੁਰੂ ਆਪ ਜੀ ਕਈ ਦਿਨ ਕੁਝ ਛੱਡਦੇ ਨੇ,
ਕਈ ਸਾਲਾਂ ਬੱਧੀ ਆਪ ਜੀ ਭੁੱਖੇ ਪਿਆਸੇ ਰਹਿ ਲੈਂਦੇ ਹੋ, ਤੇ ਜਦੋਂ ਆਪ ਜੀਆਂ ਦੇ ਮਨ ਆਉਂਦਾ ਹੈ ਉਦੋਂ ਆਪ ਜੀ ਛਕ ਲੈਂਦੇ ਹੋ। ਕਿਰਪਾ ਕਰਕੇ ਮੇਰਾ ਇਹ ਸ਼ੰਕਾ ਨਿਵਰਤ ਕਰੋ ਕਿ ਆਪ ਜੀ ਕੈਸਾ ਭੋਜਨ ਛਕਦੇ ਹੋ, ਕੈਸੇ ਗੁਰਸਿੱਖ ਦੇ ਹੱਥੋਂ ਛਕਦੇ ਹੋ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ, ਜਿਸ ਦੇ ਅੰਦਰ ਪ੍ਰੇਮਾ ਭਗਤੀ ਨਾਲ ਉਹਦਾ ਮਨ ਭਿੱਜਿਆ ਹੋਵੇ, ਜਿਹਦਾ ਪੂਰਨ ਭਰੋਸਾ ਗੁਰੂ ਦੇ ਉੱਪਰ ਹੋਵੇ, ਕਦੇ ਵੀ ਗੁਰੂ ਤੋਂ ਭਰੋਸਾ ਡੋਲੇ ਨਾ। ਜਿਸ ਦੇ ਜੀਵਨ ਅੰਦਰ ਬੰਦਗੀ ਹੋਵੇ, ਭਗਤੀ ਹੋਵੇ, ਜਿਹੜਾ ਪ੍ਰੇਮ ਦੇ ਨਾਲ ਭੋਜਨ ਬਣਾ ਕਰਕੇ ਲਿਆਵੇ, ਛਕਾਵੇ, ਉਸ ਗੁਰਸਿੱਖ ਦੇ ਹੱਥੋਂ ਅਸੀਂ ਭੋਜਨ ਛਕਦੇ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਭਾਈ ਮਰਦਾਨੇ ਦੀਆਂ ਗੱਲਾਂ ਦਾ ਜਵਾਬ ਦਿੱਤਾ ਹੈ। ਅਤੇ ਦੂਸਰੇ ਪਾਸੇ ਕਵੀ ਜੀ ਕਹਿੰਦੇ, ਸਤਿਗੁਰੂ ਜੀ ਸਿੱਧਾਂ ਦੇ ਹੰਕਾਰ ਨੂੰ ਨਾਸ਼ ਕਰਨ ਵਾਸਤੇ ਮਹਾਰਾਜ ਸ਼ਮੇਰ ਪਰਬਤ ਵੱਲ ਗਏ ਨੇ। ਉੱਥੋਂ ਦਾ ਰਹਿਣ ਵਾਲਾ ਜੋ 84 ਸਿੱਧਾਂ ਦੇ ਵਿੱਚੋਂ ਇੱਕ ਸਿੱਧ ਹੈ, ਜਿਸ ਦਾ ਨਾਮ ਹੈ ਭਰਤਰੀ ਜੋਗੀ, ਜਿਸ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਪਹਿਲਾਂ ਵੀ ਦਰਸ਼ਨ ਕੀਤੇ ਨੇ, ਸਤਿਗੁਰਾਂ ਦੇ ਨਾਲ ਬਚਨ ਵਿਲਾਸ ਹੋਏ। ਭਰਤਰੀ ਜੋਗੀ ਆਪਣੇ ਗੁਰੂ ਗੋਰਖਨਾਥ ਕੋਲ ਜਾਂਦਾ ਹੈ, ਜਾ ਕਰਕੇ ਕਹਿੰਦਾ ਹੈ ਕਿ हे ਗੋਰਖਨਾਥ, ਵੇਖ ਸਮੇਂ ਸਮੇਂ 'ਤੇ ਇੱਥੇ ਸ਼੍ਰੀ ਰਾਮ ਚੰਦਰ ਜੀ ਵਰਗੇ ਆਏ, ਸ਼੍ਰੀ ਕ੍ਰਿਸ਼ਨ ਜੀ ਵਰਗੇ ਅਵਤਾਰ ਆਏ। ਉਹਨਾਂ ਨੇ ਵੀ ਮਾਤ ਲੋਕ ਦੇ ਉੱਪਰ ਆ ਕਰਕੇ ਆਪਣੇ ਗੁਰੂ ਧਾਰਨ ਕੀਤੇ। ਕਿਸੇ ਨੇ ਉਹਨਾਂ ਨੂੰ ਵਿੱਦਿਆ ਪੜ੍ਹਾਈ, ਕਿਸੇ ਨੇ ਉਹਨਾਂ ਨੂੰ ਜੰਗ ਯੁੱਧ ਦੀ ਸ਼ਸਤਰ ਵਿੱਦਿਆ ਸਿਖਾਈ। ਤੇ ਹੁਣ ਮਾਤ ਲੋਕ ਦੇ ਉੱਪਰ ਇੱਕ ਅਵਤਾਰ ਆਇਆ ਹੈ, ਜਿਸ ਦਾ ਨਾਮ ਗੁਰੂ ਨਾਨਕ ਹੈ। ਜੇਕਰ ਗੋਰਖਨਾਥ ਜਾ ਕਰਕੇ ਤੂੰ ਉਸ ਨੂੰ ਮਿਲ ਲਵੇਂ, ਉਸ ਨੂੰ ਆਪਣਾ ਚੇਲਾ ਬਣਾ ਲਵੇ ਨਾ ਆਪਣੀਆਂ ਸ਼ਕਤੀਆਂ ਦੇ ਨਾਲ, ਤੇ ਸੰਸਾਰ ਦੇ ਉੱਪਰ ਤੇਰੀ ਬਹੁਤ ਹੀ ਵਡਿਆਈ ਹੋਵੇਗੀ। ਸੰਸਾਰ ਦੇ ਲੋਕ ਤੈਨੂੰ ਧੰਨ ਧੰਨ ਕਰਕੇ ਜਾਣਨਗੇ। ਇਸ ਪ੍ਰਕਾਰ ਭਰਤਰੀ ਜੋਗੀ ਗੋਰਖਨਾਥ ਤਾਈਂ ਕੇ ਸਵਾਲ ਜਵਾਬ ਕਰ ਰਿਹਾ। ਗੋਰਖਨਾਥ ਦੇ ਵੀ ਮਨ ਵਿੱਚ ਇੱਛਾ ਆਈ ਹੈ ਕਿ ਕਿਉਂ ਨਾ ਐਸੇ ਗੁਰੂ ਨਾਨਕ ਨੂੰ ਆਪਣਾ ਚੇਲਾ ਬਣਾ ਲਿਆ ਜਾਵੇ, ਤਾਂ ਜੋ ਸੰਸਾਰ ਦੇ ਲੋਕ ਰਹਿੰਦੀ ਦੁਨੀਆ ਤੱਕ ਮੈਨੂੰ ਯਾਦ ਰੱਖਣ ਅਤੇ ਜੋ ਸਾਡਾ ਜੋਗੀਆਂ ਦਾ ਪੰਥ ਹੈ, ਇਸ ਨੂੰ ਮਹਾਨ ਕਰਕੇ ਜਾਣ। ਇਹ ਵਿਚਾਰਾਂ ਕਰਦਾ ਹੋਇਆ ਭਰਤਰੀ ਜੋਗੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੂੰ ਮਿਲਣ ਵਾਸਤੇ ਸ਼ਮੇਰ ਪਰਬਤ ਵੱਲ ਚੱਲਿਆ ਹੈ। ਤੇ ਦੂਜੇ ਪਾਸੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਗੋਰਖਨਾਥ ਵਰਗਿਆਂ ਦੇ ਮਾਣ ਹੰਕਾਰ ਨੂੰ ਨਾਸ਼ ਕਰਨ ਵਾਸਤੇ ਮਹਾਰਾਜ ਸ਼ਮੇਰ ਪਰਬਤ ਵੱਲ ਜਾਂਦੇ ਨੇ। ਇੱਥੋਂ ਤੱਕ ਜੋ ਕੱਲ੍ਹ ਦੀਆਂ ਕਥਾ ਵਿਚਾਰਾਂ ਆਈਆਂ ਸਨ, ਜੋ ਆਉਣ ਵਾਲਾ ਗੁਰ ਇਤਿਹਾਸ ਹੈ, ਆਓ ਸ਼ਰਧਾ ਭਾਵਨਾ ਦੇ ਨਾਲ ਸ਼ਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਪਿਓ ਪ੍ਰਸਥਾਨੇ ਗੁਣ ਖਾਨ। ਗੁਣਾਂ ਦੀ ਖਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਨਲੇ ਔਰ ਮਰਦਾਨੇ ਨੂੰ ਲੈ ਕਰਕੇ ਸਤਿਗੁਰਾਂ ਨੇ ਸ਼ਮੇਰ ਪਰਬਤ ਵੱਲ ਜਾਣਾ ਕੀਤਾ ਹੈ। ਹਨਨ ਸਭ ਸਿੱਧਨ ਮਾਨਾ। ਕਿਉਂ ਚੱਲੇ ਨੇ ਸਤਿਗੁਰੂ ਜੀ? ਸਾਰਿਆਂ ਹੀ ਸਿੱਧਾਂ ਨੂੰ ਜੋ ਆਪਣੀ ਭਗਤੀ ਦਾ ਕਰਾਮਾਤਾਂ ਦਾ ਰਿਧੀਆਂ ਸਿੱਧੀਆਂ ਦਾ ਹੰਕਾਰ ਹੋਇਆ ਹੈ, ਉਹ ਹੰਕਾਰ ਦੂਰ ਕਰਨ ਵਾਸਤੇ ਮਹਾਰਾਜ ਚੱਲੇ ਹਨ। ਗਏ ਹਿਮਾਚਲ ਉਰਦ। ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲੇ ਮਰਦਾਨੇ ਨੂੰ ਲੈ ਕਰਕੇ ਹਿਮਾਚਲ ਭਾਗ ਹਿਮਾਲਿਆ ਪਰਬਤ ਦੇ ਉੱਪਰ ਗਏ ਨੇ। ਦੇਖ ਬੋਲਿਓ ਮਰਦਾਨਾ। ਤੇ ਭਾਈ ਮਰਦਾਨਾ ਹਿਮਾਲਿਆ ਦੇ ਉੱਪਰਲਾ ਨਜ਼ਾਰਾ ਦੇਖ ਕਰਕੇ ਸਤਿਗੁਰਾਂ ਤਾਈਂ ਬੋਲਿਆ ਹੈ। ਸੇਤ ਹੀ ਸੇਤ ਸੁਖਾਨ ਜਹਾਂ। ਚਾਰੇ ਪਾਸੇ ਜਿੱਧਰ ਵੀ ਭਾਈ ਮਰਦਾਨਾ ਜੀ ਵੇਖ ਰਹੇ ਨੇ, ਸਫੇਦ ਹੀ ਸਫੇਦ ਭਾਵ ਚਿੱਟਾ ਹੀ ਚਿੱਟਾ ਰੰਗ ਨਜ਼ਰ ਆ ਰਿਹਾ ਹੈ। ਕਹੇ ਸਰਬ ਦਿਸ਼ਾ ਬਹੀ। ਸਾਰੀਆਂ ਦਿਸ਼ਾ ਵੱਲ ਜਿੱਧਰ ਵੀ ਭਾਈ ਮਰਦਾਨਾ ਜੀ ਵੇਖਦੇ ਨੇ, ਸਫੇਦ ਰੰਗ ਹੀ ਨਜ਼ਰ ਆਉਂਦਾ ਹੈ। ਰਚਨਾ ਏਕ ਭਗਵੰਤ।
ਰਚਨਾ ਰਚੀ ਹੋਈ ਹੈ। ਹਿਰਦੇ ਕਛ ਸਮਝ ਨ ਆਵਹੀ। ਮਹਾਰਾਜ ਮੈਨੂੰ ਸਮਝ ਨਹੀਂ ਆਉਂਦੀ, ਇਹ ਸਾਰਾ ਹੀ ਸਫੇਦ ਸਫੇਦ ਨਜ਼ਰ ਪਿਆ ਆਉਂਦਾ ਹੈ। ਕਹੋ ਸਰਬ ਬਿਰਤਾਂਤ ਇਹ। ਮਹਾਰਾਜ ਕਿਰਪਾ ਕਰਕੇ ਜਿਹੜਾ ਇਹ ਸਾਰਾ ਵਰਤਾਂਤ ਪ੍ਰਸੰਗ ਹੈ ਨਾ ਇਸ ਹਿਮਾਲਿਆ ਪਹਾੜ ਦਾ ਮੈਨੂੰ ਦੱਸਣਾ ਕਰੋ ਜੀ। ਨਾਮ ਬਹਾਰ ਬਖਾਨ ਕਰ। ਤੇ ਇਹਨਾਂ ਪਹਾੜਾਂ ਦੇ ਨਾਮ ਵੀ ਦੱਸੋ ਤੇ ਇੱਥੇ ਇਹ ਸਫੇਦੀ ਕਿਸ ਚੀਜ਼ ਦੀ ਹੈ ਇਹ ਦੱਸਣਾ ਕਰੋ। ਨਿਜ ਸੁਨਨ ਮੈਂ ਸੁਨ ਬੈਨ ਕੋ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਜਦੋਂ ਭਾਈ ਮਰਦਾਨਾ ਜੀਆਂ ਦੇ ਬਚਨ ਸੁਣੇ ਨੇ, ਬੋਲੇ ਮੁਕਤੇ ਜਗਤ ਗੁਰ। ਜਗਤ ਸੁਆਮੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੋਲੇ ਨੇ, ਦੋਹਰਾ ਨਾਮ ਹਿਮਾਲੈ ਸੈਲ। ਭਾਈ ਮਰਦਾਨਾ ਜੀ ਜਿਸ ਪਹਾੜ ਦੇ ਉੱਪਰ ਆਪਾਂ ਪਹੁੰਚੇ ਹਾਂ ਇਸ ਪਹਾੜ ਦਾ ਨਾਮ ਹਿਮਾਲਿਆ ਪਰਬਤ ਹੈ। ਕੋ ਬਹੁਰ ਸੇਤ ਜੋ ਦੇਖ। ਤੇ ਜਿਹੜਾ ਚਾਰੇ ਪਾਸੇ ਆਪ ਜੀਆਂ ਨੂੰ ਬਹੁਤਾ ਸਫੇਦ ਹੀ ਸਫੇਦ ਰੰਗ ਨਜ਼ਰ ਆਉਂਦਾ ਹੈ। ਬੜੀ ਬਰਫ ਜੋ ਜਮ ਰਹੀ। ਇਹ ਭਾਈ ਮਰਦਾਨਾ ਜੀ ਇੱਥੇ ਬਰਫ ਪਾਈ ਹੋਈ ਹੈ ਜੋ ਪਹਾੜਾਂ ਉੱਪਰ ਜੰਮੀ ਹੈ। ਸੀਤਕੇ ਕਰਹਿ ਬਸੇਖ। ਤੇ ਇਸ ਬਰਫ ਦੇ ਕਾਰਨ ਹੀ ਇਹਨਾਂ ਪਹਾੜਾਂ ਦੇ ਉੱਪਰ ਬਹੁਤੀ ਠੰਡ ਹੁੰਦੀ ਹੈ। ਸਵਈਆ ਪਾਂਡਵ ਆਨ ਗਏ ਇਸਮੈ। ਇਹਨਾਂ ਬਰਫ ਦੀਆਂ ਪਹਾੜਾਂ ਵਿੱਚ ਆ ਕਰਕੇ ਜਿਹੜੇ ਪੰਜ ਪਾਂਡਵ ਸਨ ਉਹ ਵੀ ਇੱਥੇ ਹੀ ਆ ਕੇ ਖਤਮ ਹੋਏ ਨੇ, ਗਲੇ ਨੇ। ਖਗਿਆਵਤ ਜਾਂ ਪਰ ਸੋਗਰ ਜਾਈ। ਤੇ ਜੇਕਰ ਕੋਈ ਉੱਡਦਾ ਹੋਇਆ ਪੰਛੀ ਇਹਨਾਂ ਉੱਪਰ ਤੁਰਦਾ ਹੋਇਆ ਜੀਵ ਜੰਤੂ ਇਹਨਾਂ ਵਿੱਚ ਜੰਮ ਜਾਵੇ, ਖੁੱਭ ਜਾਵੇ, ਐਸੀ ਭਿਆਨਕ ਬਰਫ ਹੈ ਉਹ ਜੀਵ ਦੁਬਾਰਾ ਜੀਵਤ ਨਹੀਂ ਹੋ ਸਕਦਾ, ਇਸ ਦੇ ਵਿੱਚ ਹੀ ਗਲ ਜਾਂਦਾ ਹੈ, ਮਰ ਜਾਂਦਾ ਹੈ। ਏਕ ਬਚਿਓ ਧਰਮ ਰਾਏ ਕੋ। ਇੱਕੋ ਇੱਕ ਬਸ ਧਰਮ ਰਾਜਾ ਹੀ ਹੈ ਜਾਂ ਉਸ ਦਾ ਪੁੱਤਰ। ਦਾਤ ਨ ਆਇਓ ਇਤੈ ਲੋਕ ਸਿਧਾਈ। ਉਹਦਾ ਪੁੱਤਰ ਹੀ ਬਚਿਆ ਹੈ ਜਿਹੜਾ ਇਸ ਮਾਤ ਲੋਕ ਤੇ ਨਹੀਂ ਆਇਆ ਪਰ ਲੋਕ ਸਵਰਗਾਂ ਦੇ ਵਿੱਚ ਬੈਠਾ ਹੈ। ਜੇਕਰ ਧਰਮ ਰਾਜੇ ਦਾ ਪੁੱਤਰ ਵੀ ਇੱਥੇ ਆ ਜਾਂਦਾ ਤੇ ਯਕੀਨ ਮੰਨੀ ਐਸੀ ਭਿਆਨਕ ਬਰਫ ਹੈ ਭਾਈ ਮਰਦਾਨਾ ਉਹ ਵੀ ਇੱਥੇ ਗਲ ਜਾਂਦਾ, ਮਰ ਜਾਂਦਾ। ਸ੍ਰੀ ਕਰਤਾਰ ਦਇਆ ਤੁਧ ਪੈ। ਭਾਈ ਮਰਦਾਨਾ ਜੀ ਤੁਹਾਡੇ ਉੱਪਰ ਤਾਂ ਪਰਮੇਸ਼ਰ ਦੀ ਅਪਾਰ ਕਿਰਪਾ ਹੈ। ਤਨ ਖੇਦ ਨਹੀਂ ਇਹ ਠੌਰ ਦਿਖਾਈ। ਆਪ ਜੀਆਂ ਦੇ ਸਰੀਰ ਨੂੰ ਕੋਈ ਵੀ ਦੁੱਖ ਨਹੀਂ ਵਿਆਪ ਰਿਹਾ ਤੇ ਆਪ ਜੀ ਇਸ ਹਿਮਾਲਿਆ ਪਰਬਤ ਦਾ ਨਜ਼ਾਰਾ ਵੇਖ ਰਹੇ ਹੋ, ਇਸ ਦੇ ਉੱਪਰ ਦੀ ਠੰਡ ਮਾਣ ਰਹੇ ਹੋ, ਇਹ ਆਪ ਜੀਆਂ ਤੇ ਪਰਮੇਸ਼ਰ ਦੀ ਕਿਰਪਾ ਹੈ। ਆਗੇ ਚੱਲੇ ਸਿਰਧਾਰ ਪਹਾੜ ਬਿਲੋਕਤ। ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹਿਮਾਲਿਆ ਪਰਬਤ ਤੋਂ ਅੱਗੇ ਚੱਲੇ ਨੇ, ਅਗਲੇ ਪਹਾੜ ਦਾ ਨਾਮ ਸਿਰਧਾਰ ਪਹਾੜ ਹੈ। ਦਾਹੇ ਕੋ ਬਾਨੀ ਅਲਾਈ। ਮਹਾਰਾਜ ਜੀਆਂ ਨੇ ਭਾਈ ਮਰਦਾਨੇ ਤਾਈਂ ਸਿਰਧਾਰ ਜਿਹੜਾ ਪਹਾੜ ਹੈ ਨਾ ਉਹਦਾ ਪ੍ਰਸੰਗ ਦੱਸਿਆ ਹੈ। ਸਵਈਆ ਗੈਲ ਨਹੀਂ ਇਹ ਸੈਰ ਕੇ ਉੱਪਰ। ਭਾਈ ਮਰਦਾਨਾ ਜੀ ਜਿਹੜਾ ਸਾਹਮਣਾ ਪਹਾੜ ਹੈ ਨਾ ਇਸ ਦਾ ਨਾਮ ਸਿਰਧਾਰ ਹੈ, ਇਹਦੇ ਉੱਪਰ ਜਾਣ ਦਾ ਕੋਈ ਵੀ ਰਸਤਾ ਨਹੀਂ ਹੈ। ਸੀਸ ਅਦੋ ਪਦ ਉਰਦ ਹੋ। ਤੇ ਇਸ ਤੇ ਜਾਣ ਵਾਲਿਆਂ ਦੇ ਜਿਹੜੇ ਪੈਰ ਹਨ ਉੱਪਰ ਹੋ ਜਾਂਦੇ ਨੇ, ਸਿਰ ਥੱਲੇ ਹੋ ਜਾਂਦੇ ਨੇ। ਕੋਨ ਆਏ ਮਹਾ ਬਿਕਰੋ ਮਗ। ਇਸ ਰਸਤੇ ਦੇ ਉੱਪਰ ਕੋਈ ਵੀ ਨਹੀਂ ਆਉਂਦਾ। ਆਪ ਸੋ ਹੋਏ ਖੇਚਰ ਜੋ। ਜਿਸ ਨੂੰ ਖੇਚਰ ਅਵਸਥਾ ਪ੍ਰਾਪਤ ਹੁੰਦੀ ਹੈ ਨਾ ਕੋਈ ਜੋਗੀ ਇੱਥੇ ਆਉਂਦੇ ਨੇ। ਖੇਚਰ ਅਵਸਥਾ ਦਾ ਭਾਵ ਹੁੰਦਾ ਹੈ ਜਿਨ੍ਹਾਂ ਵਿੱਚ ਉੱਡਣ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ, ਜਿਹੜੇ ਅਸਮਾਨ ਵਿੱਚ ਉੱਡ ਸਕਦੇ ਨੇ, ਜਿਹੜੇ ਇੱਥੋਂ ਇਸ ਪਹਾੜ ਤੋਂ ਅਗਲੇ ਪਹਾੜ ਤੇ ਉੱਡ ਕੇ ਜਾ ਸਕਦੇ ਨੇ। ਭਾਈ ਮਰਦਾਨਾ ਜੀ ਜਿਨ੍ਹਾਂ ਨੂੰ ਖੇਚਰ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ, ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਉਹੀ ਇਸ ਪਹਾੜ ਤੇ ਆਉਣਾ ਕਰਦੇ ਨੇ। ਸੇਵਕ ਸਾਮ ਸਦਾ ਸੁਖਧਾਮ। ਤੇ ਸੇਵਕ ਸਾਮ ਸਦਾ ਸੁਖਧਾਮ ਭਣੈ। ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
ਜੋ ਆਪਣੇ ਗੁਰਸਿੱਖਾਂ ਤਾਈਂ ਐਸੇ ਸੁੰਦਰ ਬਚਨ ਦੱਸਦੇ ਨੇ। ਅਬ ਰਾਮ ਸੁਨੇ ਹਮ ਦਊ। ਭਾਈ ਬਾਲਾ ਜੀ ਕਹਿੰਦੇ ਬੜੇ ਸੁੰਦਰ ਸੁੰਦਰ ਜਗ੍ਹਾ ਦੇ ਉੱਪਰ ਜਾ ਕਰਕੇ ਬੜੇ ਸੁੰਦਰ ਪ੍ਰਸੰਗ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਦੱਸ ਰਹੇ ਨੇ। ਅਸੀਂ ਦੋਨੋਂ ਸੁਣ ਰਹੇ ਹਾਂ। ਗੋਰਖ ਆਏ ਗਇਓ ਟਿਕ ਕਾਛਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪ੍ਰਕਾਰ ਪਹਾੜ ਦੇ ਉੱਪਰ ਖੜੇ ਸਨ। ਇੰਨੇ ਕੁ ਸਮੇਂ ਨੂੰ ਆਪਣੇ ਚੇਲਿਆਂ ਨੂੰ ਲੈ ਕਰਕੇ ਗੋਰਖਨਾਥ ਆਇਆ ਹੈ। ਵਾਕ ਉਚਾਰਤ ਹੁਕਮ ਕੋ। ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਤਾਈਂ ਵਚਨ ਕਰਨ ਲੱਗਾ ਹੈ ਕਿ ਤੁਸੀਂ ਕੌਣ ਹੋ। ਕਬੈਤ ਕੌਣ ਤੁਮ ਨਾਮ ਦੇਸ ਸੋਰ ਆਇਓ ਕੌਣ ਨਾਮ। ਕਹਿਣ ਲੱਗਾ ਕਿ ਤੁਹਾਡਾ ਨਾਮ ਕੀ ਹੈ, ਕਿਹੜੇ ਦੇਸ਼ ਨੂੰ ਛੱਡ ਕੇ ਆਏ ਹੋ ਤੇ ਕਿੱਥੇ ਚੱਲੇ ਹੋ। ਕੌਣ ਤੇਰੀ ਜਾਤ ਕੀਓ ਕਿਤ ਤੋਂ ਬਿਆਨ ਹੈ। ਤੁਹਾਡੀ ਜਾਤ ਪਾਤ ਕੀ ਹੈ, ਕਿਸ ਘਰਾਣੇ ਦੇ ਰਹਿਣ ਵਾਲੇ ਹੋ ਤੇ ਕਿੱਥੇ ਇਸ ਪਹਾੜ ਦੇ ਉੱਪਰ ਚੱਲੇ ਹੋ। ਗੈਲ ਨਾਮ ਸੁਧਾਰਾ ਪ੍ਰਕਾਸੇ ਮਾਰਤੰਡ ਨਹਿ। ਗੈਲ ਨਾਮ ਸੁੰਦਰ ਪ੍ਰਕਾਸੇ ਮਾਰਤੰਡ ਹੈ ਕਿ ਇਸ ਪਹਾੜ ਦੇ ਉੱਪਰ ਜਾਣ ਦਾ ਕੋਈ ਵੀ ਰਸਤਾ ਨਹੀਂ ਤੇ ਇੱਥੇ ਸੂਰਜ ਔਰ ਚੰਦਰਮੇ ਦੀ ਰੋਸ਼ਨੀ ਵੀ ਨਹੀਂ ਆਉਂਦੀ। ਐਸਾ ਭਿਆਨਕ ਜੰਗਲ ਹੈ। ਇੱਥੇ ਹਨੇਰਾ ਹੀ ਹਨੇਰਾ, ਸ਼ਾਮ ਹੀ ਛਾਈ ਰਹਿੰਦੀ ਹੈ। ਦੇਖੇ ਡਰ ਲਾਗੇ ਅੱਗੇ ਰਾਖਸ ਭਿਆਨ ਹੈ। ਤੇ ਜਦੋਂ ਆਪ ਜੀ ਅੱਗੇ ਜਾਵੋਗੇ ਆਪ ਜੀਆਂ ਨੂੰ ਭਿਆਨਕ ਰਾਖਸ਼ਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਵੇਖ ਵੇਖ ਕੇ ਜੰਗਲ ਤੋਂ ਆਪ ਜੀਆਂ ਨੂੰ ਡਰ ਭਾਵ ਹੋਵੇਗਾ। ਹੁਣ ਕੈਸੇ ਜਾਵੋ ਆਗੇ ਪਿੱਛੇ ਹਟੋ ਅਬ। कैसे जाओ आगे पीछे हटो अब भागे। कहते कितने चले हो, इस रास्ते ना जाओ, पीछे हट जाओ, पीछे हट के पीछे ही दौड़ जाओ जी। जाओ को ना दुख लागे बचन जे मन है। जेकर तुसी मेरे बचन मन के पीछे हट जाओगे ना फिर आप जियां को कोई भी दुख प्राप्त नहीं होगा। जेकर मेरे बचनों की उलंघना की इथों अगे जाना कीता भारी राक्षस मिलणगे ते दुख प्राप्त होवेगा। पूरो गुर कीजै इत जान नाम लीजै तब। पूरो गुर कीजे कहते पूरो गुरु नूं धारण कर लवो। जेकर अगे जाना है ते पूरे गुरु गोरखनाथ ये चाहुंदा है जो गुरु नानक देव जी आए ने ये मैनूं अपना गुरु धारण करना। गल्लां गल्लां विच सतगुरां नूं कहदा है जेकर आप जियां ने अगे इन्हां पहाड़ां दे आनंद वेखणे ने, पहाड़ां दी सैर करनी है, फिर आप जी पूरे गुरु दे चेले बन जाओ, पूरे गुरु नूं धारण कर लवो। बिना आई चले कैसे दीन निज प्राण है। बिना गल्लों हजे तां तुहाडी मौत दा समां नहीं आया। जेकर इथों अगे जावोगे ते जान बुझ के मौत नूं गल लावोगे। आप जी मौत वाल जा रहे हो। इन्हां पहाड़ां दे उपर जीवन और जिउणा घट है, जिंदगी घट है, मौत ज़्यादा है। जेकर इथों अगे अणजाणपणे विच जावोगे ते जान लेवो तुसी मौत वाल जा रहे हो। कबैत रूप अचरज हम जात ते अजात भए। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਤਾਈਂ ਜਦੋਂ ਗੋਰਖਨਾਥ ਨੇ ਇਹ ਬਚਨ ਬਲਾਸ ਕੀਤੇ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਰੂਪ ਅਚਰਜ ਹਮ ਜਾਤ ਤੇ ਅਜਾਤ ਭਏ। ਕਿ ਗੋਰਖਨਾਥ ਜਿਹੜਾ ਸਾਡਾ ਰੂਪ ਹੈ ਅਚਰਜ ਹੈ, ਜਾਤ ਤੇ ਅਜਾਤ, ਜਾਤੀ ਗੋਤੀ ਨਾਲ ਸਾਡਾ ਕੋਈ ਵੀ ਲੈਣ ਦੇਣ ਨਹੀਂ। ਦੇਸ ਜਾਨ ਸੂਝ ਹੈ ਸਸੀ ਨਹਿ ਭਾਨ ਕੋ। ਤੇ ਸਾਡਾ ਉਹੀ ਦੇਸ਼ ਹੈ। ਗੋਰਖਨਾਥ ਨੇ ਪੁੱਛਿਆ ਸੀ ਕਿ ਤੁਸੀਂ ਕਿੱਥੋਂ ਆਏ ਹੋ। ਮਹਾਰਾਜ ਕਹਿਣ ਲੱਗੇ ਸਾਡਾ ਦੇਸ਼ ਉਹੀ ਹੈ ਜਿੱਥੇ ਸੂਰਜ ਚੰਦ ਦਾ ਪ੍ਰਕਾਸ਼ ਨਹੀਂ ਹੁੰਦਾ। ਅਸੀਂ ਸੱਚਖੰਡ ਦੇ ਰਹਿਣ ਵਾਲੇ ਹਾਂ। ਸਾਡੇ ਅਬ ਬਨੇ ਨਹਿ ਜਾਵੋ ਜੀਅ ਮਾਹਿ ਜਹੈ। ਜਿੱਥੇ ਸਾਡਾ ਦਿਲ ਕਰਦਾ ਹੈ ਗੋਰਖਨਾਥ ਉਸ ਰਸਤੇ ਅਸੀਂ ਜਾਵਾਂਗੇ। ਹੁਣ ਪਿੱਛੇ ਹਟਣਾ ਬਣਦਾ ਨਹੀਂ ਕਿਉਂਕਿ ਗੋਰਖਨਾਥ ਵਾਰ-ਵਾਰ ਡਰਾ ਰਿਹਾ ਸੀ ਕਿ ਪਿੱਛੇ ਹਟ ਜਾਵੋ, ਅੱਗੇ ਭਿਆਨਕ ਰਾਖਸ਼ ਨੇ, ਅੱਗੇ ਮੌਤ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਗੋਰਖਨਾਥ
ਹੁਣ ਪਿੱਛੇ ਹਟਣਾ ਸਾਡਾ ਬਣਦਾ ਨਹੀਂ, ਅਸੀਂ ਅੱਗੇ ਜਾਵਾਂਗੇ ਜਿੱਥੇ ਸਾਡਾ ਦਿਲ ਕਰੇਗਾ। ਹਿਰਦੇ ਜੋ ਹਮਾਰੇ ਭਾਏ ਭਾਇਓ ਸਭ ਹਾਨ ਕੋ, ਸਾਡੇ ਜੋ ਹਿਰਦੇ ਦਾ ਡਰ ਹੈ ਪਰਮੇਸ਼ਰ ਦਾ ਨਾਮ ਜਪ ਜਪ ਕੇ ਨਿਰਭਉ ਨਿਰਵੈਰ ਹੋ ਚੁੱਕਾ ਹੈ। ਹਿਰਦੇ ਦਾ ਜਿਹੜਾ ਡਰ ਸਾਰਾ ਹੀ ਨਾਸ਼ ਹੋਇਆ ਹੈ। ਦੁੱਖ ਸੁਖ ਜਾਣ ਸਮ ਆਏ ਇਹ ਥਾਨ ਚੱਲ, ਅਸੀਂ ਦੁੱਖਾਂ ਅਤੇ ਸੁੱਖਾਂ ਨੂੰ ਬਰਾਬਰ ਹੀ ਸਮਝਦੇ ਹਾਂ, ਇਸ ਲਈ ਇਹਨਾਂ ਥਾਵਾਂ ਤੇ ਚੱਲ ਆਏ ਹਾਂ। ਗੁਰੂ ਏਕੰਕਾਰ ਜਾ ਕੇ ਨਹੀਂ ਹੈ ਸਮਾਨ ਕੋ, ਇੱਕ ਅਕਾਲ ਪੁਰਖ ਵਾਹਿਗੁਰੂ ਹੀ ਸਾਡਾ ਗੁਰੂ ਹੈ, ਜਿਹਦੇ ਬਰਾਬਰ ਇਸ ਸੰਸਾਰ ਤੇ ਹੋਰ ਕੋਈ ਵੀ ਨਹੀਂ। ਭੂਲਿਓ ਹਿਰਦੈ ਗੋਰਖ ਤੂੰ ਸੁਧ ਤੇਰੀ ਗਈ ਸਭ, हे ਗੋਰਖਨਾਥ ਤੂੰ ਸਾਨੂੰ ਕੀ ਸਮਝਾਉਣਾ ਹੈ, ਤੂੰ ਤਾਂ ਆਪ ਭੁੱਲਿਆ ਹੈ। ਹਿਰਦੇ ਅੰਦਰ ਮਨ ਦੇ ਅੰਦਰ ਜਿਹੜੀ ਤੇਰੀ ਸੁੱਧ ਬੁੱਧ ਹੈ ਉਹ ਸਾਰੀ ਹੀ ਨਾਸ਼ ਹੋਈ ਹੈ। ਔਦ ਕੋ ਵਧਾਏ ਔਦ ਭਇਓ ਮਨੋ ਮਾਨ ਕੋ, ਤੂੰ ਆਪਣੀ ਉਮਰ ਰਿੱਧੀਆਂ ਸਿੱਧੀਆਂ ਦੇ ਨਾਲ ਬੜੀ ਲੰਬੀ ਕਰ ਲਈ ਹੈ, ਕਿਉਂਕਿ ਜਿਹੜੇ ਜੋਗੀ ਹੁੰਦੇ ਸਨ ਇਹ ਸਵਾਸਾਂ ਨੂੰ ਰੋਕ ਰੋਕ ਕੇ ਸਵਾਸਾਂ ਨੂੰ ਆਪਣੇ 10ਵੇਂ ਦੁਆਰ ਅੰਦਰ ਲਿਆ ਕਰਕੇ ਆਪਣੀ ਜਿਹੜੀ ਉਮਰ ਹੈ ਬੜੀ ਲੰਬੀ ਕਰ ਲੈਂਦੇ ਸਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੋਰਖਨਾਥ ਨੂੰ ਕਹਿੰਦੇ ਨੇ, ਕਹਿੰਦੇ ਜਿਹੜੀ ਤੇਰੀ ਸੁੱਧ ਬੁੱਧ ਹੈ ਨਾ, ਕਹਿੰਦੇ ਉਹ ਤਾਂ ਨਾਸ਼ ਹੋ ਚੁੱਕੀ। ਔਦ ਕੋ ਵਧਾਏ ਔਦ ਭਇਓ ਮਨੋ ਮਾਨ ਕੋ, ਤੇ ਤੂੰ ਹੰਕਾਰੀ ਹੋ ਚੁੱਕਾ, ਤੇਰੀ ਉਮਰ ਬੜੀ ਲੰਬੀ ਹੈ, ਜਿਹੜੀ ਵੱਡੀ ਉਮਰ ਹੈ ਕੀਤੀ ਭਗਤੀ ਦਾ ਤੂੰ ਬੜਾ ਮਾਣ ਕਰਦਾ, ਹੰਕਾਰ ਕਰਦਾ ਹੈ। ਕਬੈਤ ਮਲ ਮੂਤ ਦੇਹ ਤੇਰੀ ਮਾਨ ਲਹੇ ਬਾਤ ਮੇਰੀ, ਗੋਰਖਨਾਥ ਗੁੱਸੇ ਵਿੱਚ ਆ ਕੇ ਕਹਿਣ ਲੱਗਾ, ਜਿਹੜੀ ਪੰਜ ਭੂਤਕ ਤੇਰੀ ਦੇਹੀ ਇਹ ਮਲ ਮੂਤਰ ਦੀ ਹੈ। ਕਾਰ ਜਿਉ ਧਾਮ ਬੋਲ ਬੋਲਤ ਨਿਲਾਜ ਹੈ, ਤੇ ਤੂੰ ਮੇਰੀ ਗੱਲ ਮੰਨ ਲੈ, ਜਿਹੜਾ ਤੂੰ ਬੇਫਿਕਰ ਬੇਡਰ ਹੋ ਕੇ ਬੋਲਦਾ ਹੈ, ਏਦਾਂ ਦੇ ਬੋਲ ਆਪਣੇ ਘਰਾਂ ਵਿੱਚ ਬੋਲੇ ਜਾਂਦੇ ਨੇ, ਤੇ ਤੂੰ ਪਹਾੜਾਂ ਦੇ ਵਿੱਚ ਆ ਕਰਕੇ ਸਾਡੇ ਇਲਾਕੇ ਵਿੱਚ ਆ ਕਰਕੇ ਐਸੇ ਜਿਹੜੇ ਵੱਡੇ ਬੋਲ ਬੋਲਦਾ ਹੈ। ਦੇਖੋ ਜਾਏ ਆਗੇ ਕੈਸੇ ਤਹਾਂ ਦੁੱਖ ਲਾਗੇ ਤੋਹੇ, ਕਹਿੰਦੇ ਮੈਂ ਵੀ ਵੇਖਦਾ ਤੂੰ ਅੱਗੇ ਕਿਵੇਂ ਜਾਵੇਂਗਾ, ਤੇ ਅੱਗੇ ਜਾ ਕਰਕੇ ਤੈਨੂੰ ਦੁੱਖ ਵਿਆਪੇ ਨਾ ਜਦੋਂ, ਉਦੋਂ ਤੂੰ ਪਿੱਛੇ ਨੂੰ ਦੌੜੇਗਾ। ਮੈਂ ਜਾਣਦਾ ਤੂੰ ਅੱਗੇ ਜਾਵੇਂਗਾ, ਪਰ ਅੱਗੇ ਜਾ ਕਰਕੇ ਜਦੋਂ ਤੈਨੂੰ ਦੁੱਖਾਂ ਦਾ ਸਾਹਮਣਾ ਕਰਨਾ ਪਿਆ ਹੈ ਗੁਰੂ ਨਾਨਕ, ਫਿਰ ਤੂੰ ਆਪਣੇ ਆਪ ਪਿੱਛੇ ਦੌੜੇਗਾ। ਐਸੇ ਹੋ ਹੂੰ ਜਾਨੋ ਭੈ ਦੇਖ ਕਰ ਭਾਜ ਹੈ, ਤੇਰੇ ਵਰਗੇ ਇੱਥੇ ਕਈ ਆਏ ਸਨ ਪਹਿਲਾਂ ਵੀ, ਇੱਥੋਂ ਦੌੜ ਕੇ ਪਿੱਛੇ ਭੱਜੇ ਸਨ, ਤੇ ਤੂੰ ਵੀ ਡਰਦੇ ਸਹਿਤ ਹੋ ਕਰਕੇ ਪਿੱਛੇ ਦੌੜੇਗਾ। ਕੌਣ ਵੇਖ ਤੇਰਾ ਐਸੋ ਆਗੇ ਨਹੀਂ ਹੀਰਾ ਲਾਗੋ, ਤੂੰ ਇਹ ਦੱਸਣਾ ਕਰਕੇ ਤੇਰਾ ਧਰਮ ਕਿਹੜਾ ਹੈ, ਕੌਣ ਤੇਰਾ ਗੁਰੂ ਹੈ, ਕਿਉਂਕਿ ਤੇਰਾ ਜਿਹੜਾ ਲਿਬਾਸ ਪਹਿਨਿਆ ਹੋਇਆ ਹੈ ਨਾ, ਇਹ ਪਹਿਲਾਂ ਕਦੇ ਨਹੀਂ ਵੇਖਿਆ। ਹੁਣ ਸਤਿਗੁਰਾਂ ਦੇ ਕੋਲ ਇੱਕ ਕਹਾੜੀ ਚੱਕੀ ਹੋਈ ਹੈ ਜੋ ਰਸਤੇ ਵਿੱਚ ਜਾਂਦੇ ਹੋਏ ਬਰਫ਼ ਨੂੰ ਕੱਟ ਰਹੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਕੋਲ ਇੱਕ ਰੱਸਾ ਹੈ ਜੋ ਪਹਾੜਾਂ ਨੂੰ ਪਾ ਪਾ ਕੇ ਮਹਾਰਾਜ ਉੱਪਰ ਚੜ੍ਹ ਰਹੇ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦਾ ਐਸਾ ਲਿਬਾਸ, ਐਸਾ ਭੇਖ ਵੇਖ ਕਰਕੇ ਗੋਰਖਨਾਥ ਪੁੱਛਦਾ ਹੈ, ਤੇਰਾ ਭੇਖ ਕਿਹੜਾ ਹੈ, ਤੇਰੇ ਵਰਗਾ ਅੱਗੇ ਕੋਈ ਨਹੀਂ ਵੇਖਿਆ। ਹੱਥ ਤਿਆਗ ਦੀਜੈ ਮਨ ਹੋਏ ਸੁਭ ਕਾਜ ਹੈ, ਜਿਹੜਾ ਤੂੰ ਇਹ ਸਿਮਰਨ ਕਰ ਰਿਹਾ ਹੈ ਨਾ, ਭਗਤੀ ਕਰ ਰਿਹਾ ਹੈ, ਇਸ ਨੂੰ ਛੱਡ ਦੇ, ਤੂੰ ਮੈਨੂੰ ਆਪਣਾ ਗੁਰੂ ਮੰਨ ਲੈ, ਫਿਰ ਤੇਰੇ ਸਾਰੇ ਹੀ ਕਾਜ ਜਿਹੜੇ ਉਰਾਸ ਹੋਣਗੇ। ਰਾਮ ਜਾਦ ਪਤ ਆਦ ਕੀਨੋ ਜਗ ਗੁਰੂ ਆਏ, ਦੇਖੋ ਇੱਥੇ ਸਮੇਂ ਸਮੇਂ ਦੇ ਅਵਤਾਰ ਸ਼੍ਰੀ ਰਾਮਚੰਦਰ ਵਰਗੇ ਆਏ, ਉਹਨਾਂ ਨੇ ਵੀ ਆ ਕਰਕੇ ਇੱਥੇ ਗੁਰੂ ਧਾਰਨ ਕੀਤਾ ਸੀ। ਤੁਮ ਕਿਉਂ ਨਾ ਕਰੋ ਪ੍ਰਤਾਪ ਵੱਡੋ ਛਾਜ ਹੈ, ਕਿ ਤੂੰ ਕਿਉਂ ਨਹੀਂ ਗੁਰੂ ਧਾਰਨ ਕਰ ਰਿਹਾ, ਜੇਕਰ ਤੂੰ ਵੀ ਮੈਨੂੰ ਗੁਰੂ ਬਣਾ ਲਵੇਂ, ਗੁਰੂ ਧਾਰਨ ਕਰ ਲਵੇਂ, ਤੇਰਾ ਜਸ ਤੇਰੀ ਵਡਿਆਈ ਵੀ ਸੰਸਾਰ ਉੱਪਰ ਬਹੁਤੀ ਹੋਵੇਗੀ। ਕਬਿਤ ਨਾਮ ਕੇ ਪ੍ਰਤਾਪ ਸੋ ਪਵਿੱਤਰ ਦੇਹ ਭਈ ਮੇਰੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਗੋਰਖਨਾਥ ਤੂੰ ਮੇਰੇ ਸਰੀਰ ਨੂੰ ਮਲ ਮੂਤਰ ਦੀ ਦੇਹੀ ਆਖ ਰਿਹਾ ਹੈ ਤੇ ਹੱਥ ਛੱਡਣ ਵਾਸਤੇ ਕਹਿ ਰਿਹਾ ਹੈ,
ਜਿਹੜੇ ਪਰਮੇਸ਼ਰ ਦਾ ਨਾਮ ਰੂਪੀ ਹੱਥ ਹੈ ਨਾ, ਇਹਦੇ ਨਾਲ ਜਿਹੜੀ ਮੇਰੀ ਦੇਹੀ ਹੈ ਉਹ ਪਵਿੱਤਰ ਹੋ ਚੁੱਕੀ ਹੈ। ਕਾਇਰ ਹੈ ਸੋ ਤੁਝ ਜੈਸੇ ਬਿਲ ਲਾਏ ਤੇ ਹੈ। ਤੇਰੇ ਵਰਗਾ ਕਾਇਰ ਮੈਂ ਕਦੇ ਵੇਖਿਆ ਨਹੀਂ, ਜੋ ਆਪਣੇ ਘਰ ਦੀ ਜ਼ਿੰਮੇਵਾਰੀਆਂ ਗ੍ਰਸਤੀ ਜੀਵਨ ਨੂੰ ਛੱਡ ਕਰਕੇ, ਜ਼ਿੰਮੇਵਾਰੀਆਂ ਨੂੰ ਤਿਆਗ ਕਰਕੇ ਦੌੜਿਆ ਹੈ ਤੇ ਇਹਨਾਂ ਪਹਾੜਾਂ ਦੇ ਉੱਪਰ ਆ ਕੇ ਵਸਿਆ ਹੈ। ਕਾਇਰ ਹੈ ਸੋ ਤੁਝ ਜੈਸੇ ਬਿਲ ਲਾਏ ਹੈ। ਮਹਾਰਾਜ ਕਹਿੰਦੇ ਤੇਰੇ ਵਰਗਾ ਕਾਇਰ ਹੀ ਹੋ ਸਕਦਾ ਹੈ, ਬੁੱਝਦਿਲ ਹੋ ਸਕਦਾ ਹੈ। ਤੇ ਤੇਰੇ ਵਰਗੇ ਕਾਇਰ ਹੀ ਗੱਲ ਗੱਲ ਤੇ ਵਿਰਲਾਪ ਕਰਦੇ ਨੇ, ਦੁੱਖ ਪਾਉਂਦੇ ਨੇ। देखने की इच्छा और देखै आगे जाए दूर। ਮਹਾਰਾਜ ਕਹਿੰਦੇ ਸਾਡੀ ਦੇਸ਼ ਵਿਦੇਸ਼ ਵੇਖਣ ਦੀ ਇੱਛਾ ਹੈ ਤੇ ਅਸੀਂ ਦੂਰ ਨੇੜੇ ਜਾ ਕੇ ਹਰ ਚੀਜ਼ ਵੇਖਦੇ ਹਾਂ। ਹੁਣ ਸਾਡੀ ਪਹਾੜ ਵੇਖਣ ਦੀ ਇੱਛਾ ਹੋਈ ਹੈ, ਤੂੰ ਜਿੰਨਾ ਮਰਜ਼ੀ ਸਾਨੂੰ ਡਰਾਈ ਜਾ, ਅਸੀਂ ਅੱਗੇ ਜਾ ਕਰਕੇ ਜ਼ਰੂਰ ਵੇਖਾਂਗੇ। तुम बोल के डरावे नहीं यहाँ ते हट जाए हैं। ਮਹਾਰਾਜ ਕਹਿੰਦੇ ਤੂੰ ਬੋਲ ਬੋਲ ਕੇ ਗੱਲਾਂ ਕਰ ਕਰਕੇ ਸਾਨੂੰ ਅਤੇ ਸਾਡੇ ਸਾਥੀਆਂ ਨੂੰ ਡਰਾਉਂਦਾ ਹੈ। ਇਹ ਨਾ ਸੋਚੀ ਅਸੀਂ ਪਿੱਛੇ ਹਟ ਜਾਵਾਂਗੇ, ਜੋ ਮਨ ਵਿੱਚ ਸੋਚਿਆ ਹੈ ਉੱਥੇ ਅਸੀਂ ਜ਼ਰੂਰ ਜਾਵਾਂਗੇ। देख एकंकारी नित आद अंत होत सत। ਮਹਾਰਾਜ ਕਹਿੰਦੇ ਤੂੰ ਸਾਡਾ ਭੇਖ ਲਿਬਾਸ ਪੁੱਛਿਆ ਹੈ, ਇਹ ਇੱਕ ਅਹੰਕਾਰੀ ਹੈ, ਇੱਕ ਓਂਕਾਰ ਦਾ ਲਿਬਾਸ ਹੈ, ਸਾਬਤ ਸੂਰਤ ਰਹਿਣਾ। ਮਹਾਰਾਜ ਕਹਿੰਦੇ ਜੋ ਸਾਡਾ ਲਿਬਾਸ ਹੈ ਇਹ ਪਰਮੇਸ਼ਰ ਦਾ ਬਖਸ਼ਿਆ ਲਿਬਾਸ ਹੈ ਤੇ ਸਾਡਾ ਪਰਮੇਸ਼ਰ ਹਮੇਸ਼ਾ ਹੀ ਸਤ ਹੈ, ਸੱਚ ਹੈ, ਨਾਸ਼ ਤੋਂ ਰਹਿਤ ਹੈ। कहाँ की पहुँच नहीं कैसे समझाए हैं। ਮਹਾਰਾਜ ਕਹਿੰਦੇ ਗੋਰਖਨਾਥ ਪਰ ਤੈਨੂੰ ਕਿਵੇਂ ਸਮਝਾਈਏ, ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਈ ਨਹੀਂ, ਪਰਮੇਸ਼ਰ ਤੱਕ ਤੇਰੀ ਪਹੁੰਚ ਹੀ ਨਹੀਂ, ਤੈਨੂੰ ਕਦੇ ਪਰਮੇਸ਼ਰ ਦੇ ਦਰਸ਼ਨ ਹੋਏ ਨਹੀਂ। ਜਿਸ ਚੀਜ਼ ਨੂੰ ਜ਼ਿੰਦਗੀ ਵਿੱਚ ਵੇਖਿਆ ਨਾ ਹੋਵੇ ਉਹਦੀ ਬਾਬਤ ਸਮਝਾਉਣਾ ਬੜਾ ਔਖਾ ਹੁੰਦਾ। ਮਹਾਰਾਜ ਕਹਿੰਦੇ ਤੂੰ ਪਰਮੇਸ਼ਰ ਨੂੰ ਵੇਖਿਆ ਨਹੀਂ ਤੇ ਤੈਨੂੰ ਕਿਵੇਂ ਪਰਮੇਸ਼ਰ ਦੀ ਬਾਬਤ ਸਮਝਾਈਏ ਜੀ। हठ कैसे त्यागे हठ ही से सूरा पूरा होए। ਮਹਾਰਾਜ ਕਹਿੰਦੇ ਤੂੰ ਕਹਿੰਦਾ ਇਹ ਸਿਮਰਨ ਜਿਹੜੀ ਭਗਤੀ ਇਸ ਨੂੰ ਤਿਆਗ ਦੇ। ਮਹਾਰਾਜ ਕਹਿੰਦੇ ਇਸ ਭਗਤੀ ਨੂੰ ਕਰਨ ਵਾਲਾ ਹੀ ਪੂਰਨ ਸੂਰਮਾ ਬਣਦਾ ਹੈ, ਸੂਰਾ ਹੁੰਦਾ ਹੈ। गुरु पूरा कीनो नहीं जाते तू अलाए हैं। ਮਹਾਰਾਜ ਕਹਿੰਦੇ ਤੂੰ ਪੂਰੇ ਗੁਰੂ ਦੀ ਗੱਲ ਕਰਦਾ ਹੈ, ਤੂੰ ਆਪ ਵੀ ਪੂਰਾ ਗੁਰੂ ਧਾਰਨ ਨਹੀਂ ਕੀਤਾ। ਜੇਕਰ ਪੂਰਾ ਗੁਰੂ ਧਾਰਨ ਕੀਤਾ ਹੁੰਦਾ ਤੇ ਗੱਲ ਗੱਲ ਤੇ ਵਿਰਲਾਪ ਨਾ ਕਰਦਾ ਗੋਰਖਨਾਥ। ਤੂੰ ਆਪ ਵੀ ਪੂਰਾ ਪਰਮੇਸ਼ਰ ਪੂਰੇ ਗੁਰੂ ਨੂੰ ਧਾਰਨ ਨਹੀਂ ਕੀਤਾ। सुमैया जोग ते होत शरीर सदा थिर। ਫਿਰ ਗੋਰਖਨਾਥ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੂੰ ਸਮਝਾਉਣ ਲੱਗਾ, ਕਹਿਣ ਲੱਗਾ ਜੋਗ ਤੇ ਹੋਤ ਸਰੀਰ ਸਦਾ ਥਿਰ। ਕਿ ਜਿਹੜੇ ਜੋਗ ਨੂੰ ਅਸੀਂ ਧਾਰਨ ਕੀਤਾ ਹੈ ਨਾ, ਜੋ ਸਾਡਾ ਜੋਗ ਮਤ ਹੈ, ਇਹ ਸਰੀਰ ਸਾਡਾ ਹਮੇਸ਼ਾ ਹੀ ਥਿਰ ਰਹਿਣ ਵਾਲਾ ਹੈ, ਟਿਕਿਆ ਰਹਿਣ ਵਾਲਾ ਹੈ। ਸਾਨੂੰ ਕਦੇ ਵੀ ਮੌਤ ਨਹੀਂ ਆਵੇਗੀ, ਕਿਉਂਕਿ ਅਸੀਂ ਆਪਣੇ ਸਵਾਸਾਂ ਨੂੰ ਖਰਚ ਹੀ ਨਹੀਂ ਕਰਦੇ। 10ਵੇਂ ਦੁਆਰ ਅੰਦਰ ਸਵਾਸਾਂ ਨੂੰ ਲਿਜਾ ਕਰਕੇ ਕਈ ਕਈ ਮਹੀਨੇ ਕਈ ਸਾਲ ਚੌਂਕੜੇ ਮਾਰ ਕੇ ਬੈਠੇ ਰਹਿੰਦੇ ਹਨ। ਇਸ ਪ੍ਰਕਾਰ ਸਤਿਗੁਰਾਂ ਨੂੰ ਸਮਝਾਉਂਦਾ ਹੈ ਕਿ ਜੇਕਰ ਤੁਸੀਂ ਯੋਗ ਮਤ ਨੂੰ ਧਾਰਨ ਕਰ ਲਵੋਗੇ ਤੇ ਤੁਹਾਡਾ ਸਰੀਰ ਕਦੇ ਵੀ ਮਰੇਗਾ ਨਾ, ਹਮੇਸ਼ਾ ਹੀ ਟਿਕਿਆ ਰਹੇਗਾ। नौ नित सिद्ध 18 पासू। ਇਹ ਜਿਹੜੀਆਂ 9 ਨਿਧੀਆਂ ਤੇ 18 ਸਿੱਧੀਆਂ ਨੇ ਇਹ ਪਾਸ ਆ ਕੇ ਖੜ ਜਾਂਦੀਆਂ ਨੇ, ਇਹ ਹਮੇਸ਼ਾ ਹੀ ਸੇਵਾ ਵਿੱਚ ਲੱਗ ਜਾਂਦੀਆਂ ਨੇ। पूज बने जग में प्रगटाए। ਤੇ ਜਿਨ੍ਹਾਂ ਦੇ ਕੋਲੇ ਰਿੱਧੀਆਂ ਸਿੱਧੀਆਂ ਹੁੰਦੀਆਂ ਨੇ, ਪ੍ਰਗਟ ਹੀ ਸੰਸਾਰ ਵਿੱਚ ਉਹਨਾਂ ਦੀ ਪੂਜਾ ਹੁੰਦੀ ਹੈ। ਸੰਸਾਰ ਦੇ ਲੋਕ ਬਹੁਤਾ ਸਤਿਕਾਰ ਦਿੰਦੇ ਨੇ। रजाई चले सब ऊपर तासू। ਤੇ ਸਾਰਿਆਂ ਦੇ ਉੱਪਰ ਹੁਕਮ ਚੱਲਦਾ ਹੈ। ਜਿਸ ਦੇ ਕੋਲ ਰਿੱਧੀਆਂ ਸਿੱਧੀਆਂ ਹੁੰਦੀਆਂ ਨੇ ਸੰਸਾਰ ਦੇ ਵਿੱਚ ਉਹ ਸੰਤ ਅਖਵਾਉਂਦਾ ਹੈ, ਤੇ ਜੋ ਸੰਤ ਹੁੰਦਾ ਹੈ ਉਹਦੀ ਸੰਸਾਰ ਦੇ ਉੱਪਰ ਹੁਕਮ ਚੱਲਦਾ ਹੈ। ਜਿਹੜੇ ਲੋਕ ਉਹਦੀ ਆਗਿਆ ਵਿੱਚ ਰਹਿੰਦੇ ਨੇ। चाहे हृदय में है जो होए काहे की। ਤੇ ਜੋ ਵੀ ਮਨ ਦੇ ਵਿੱਚ ਇੱਛਾ ਹੋਵੇ ਨਾ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਦੀ, सो कर लेत बदे बलरासू।
ਤੇ ਰਿੱਧੀਆਂ ਸਿੱਧੀਆਂ ਦੇ ਨਾਲ ਹਰ ਇੱਕ ਚੀਜ਼ ਪ੍ਰਾਪਤ ਹੋ ਜਾਂਦੀ ਹੈ। ਜਿਹੜਾ ਬਲ ਵੱਧ ਜਾਂਦਾ ਹੈ, ਭਾਰੀ ਬਲ ਪ੍ਰਾਪਤ ਹੁੰਦਾ ਹੈ। ਪੂਰਨ ਹਵੇ ਗੁਣ ਰੂਰਨ ਸੋ, ਤੇ ਫਿਰ ਉਹ ਗੁਣਾਂ ਦੇ ਵਿੱਚ ਪੂਰਾ ਹੋ ਜਾਂਦਾ ਹੈ, ਬੜੇ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਮਨ ਤੂਰਨ ਮਾਨ ਕੇ ਸੀਖ ਪ੍ਰਿਆਸੂ, ਇਸ ਪ੍ਰਕਾਰ ਜਿਹੜੀ ਮੇਰੀ ਸਿੱਖਿਆ ਹੈ ਨਾ ਗੁਰੂ ਨਾਨਕ ਤੂੰ ਮੰਨ ਲੈ, ਤੂੰ ਮੇਰੀ ਸਿੱਖਿਆ ਮੰਨ ਕੇ ਮੇਰਾ ਚੇਲਾ ਬਣ ਜਾ, ਗੁਣਾਂ ਦੀ ਖਾਣ ਬਣ ਜਾਵੇਗਾ, ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਜਾਵੇਗੀ। ਸਰੀਰ ਹਮੇਸ਼ਾ ਲਈ ਇਸ ਸੰਸਾਰ ਤੇ ਟਿਕ ਜਾਵੇਗਾ, ਮਰੇਗਾ ਨਹੀਂ। ਇਸ ਪ੍ਰਕਾਰ ਜੋ ਮਨ ਦੀਆਂ ਇਛਾਵਾਂ ਹਨ ਉਹ ਸਾਰੀਆਂ ਹੀ ਪੂਰਨ ਹੋਣਗੀਆਂ। ਇਹ ਗੋਰਖਨਾਥ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦਾ ਹੀ ਬੋਲਦਾ ਹੈ। ਸਵਈਆ ਛੋੜ ਦਇਤਨ ਹੰਤ ਹੁਤੀ ਚਿਤ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਜੋ ਸਰੀਰ ਦਾ ਤਨ ਦਾ ਹੰਕਾਰ ਹੈ ਨਾ ਗੋਰਖਨਾਥ, ਇਹ ਅਸੀਂ ਕਦੋਂ ਦਾ ਛੱਡ ਚੁੱਕੇ ਹਾਂ, ਕਦੋਂ ਦਾ ਸਰੀਰ ਨੂੰ ਭੁੱਲ ਚੁੱਕੇ ਹਾਂ। ਰਾਖਣ ਕੋ ਫਿਰ ਕੌਣ ਹੈ ਕੰਮ, ਤੇ ਸਰੀਰ ਨੂੰ ਇਸ ਸੰਸਾਰ ਤੇ ਟਿਕਾ ਕੇ ਰੱਖਣਾ ਇਹ ਭਲਾ ਕਿਹੜਾ ਕੰਮ। ਸਰੀਰ ਕਿਸ ਦੇ ਕੰਮ ਆਵੇਗਾ। ਸਰੀਰ ਇਸ ਧਰਤੀ ਦੇ ਉੱਪਰ ਹਮੇਸ਼ਾ ਲਈ ਜਿਉਂਦੇ ਰੱਖਣਾ ਇਹ ਕੋਈ ਭਲਾ ਕੰਮ ਨਹੀਂ, ਚੰਗਾ ਕੰਮ ਨਹੀਂ। ਸਰੀਰ ਦਾ ਸੰਸਾਰ ਦੇ ਵਿੱਚ ਉਹਨਾਂ ਸਮਾਂ ਹੀ ਟਿਕਿਆ ਰਵੇ ਬਹੁਤ ਹੈ ਜਿੰਨਾ ਸਮਾਂ ਪਰਮੇਸ਼ਰ ਦੀ ਭਗਤੀ ਦੇ ਅੰਦਰ ਗੁਜ਼ਾਰਿਆ ਜਾਵੇ। ਜਿੰਨਾ ਸਮਾਂ ਪਰਮੇਸ਼ਰ ਦੀ ਭਗਤੀ ਦੇ ਵਿੱਚ ਬਤੀਤ ਹੋਵੇ ਉਹਨਾਂ ਸਮਾਂ ਹੀ ਸਰੀਰ ਇਸ ਧਰਤੀ ਦੇ ਉੱਪਰ ਜਿਉਂਦੇ ਰਹਿਣਾ ਲਾਹੇਵੰਦ ਹੈ। ਜੇਕਰ ਪਰਮੇਸ਼ਰ ਦੀ ਭਗਤੀ ਨਹੀਂ ਕਰਨੀ, ਸੇਵਾ ਸਿਮਰਨ ਨਹੀਂ ਕਰਨਾ, ਸਤ ਸੰਗਤ ਨਹੀਂ ਕਰਨੀ, ਸਿਰਫ ਬੇਕਾਰ ਭੋਗਣੇ ਨੇ, ਤੇ ਇਸ ਸਰੀਰ ਦਾ ਇਸ ਧਰਤੀ ਤੇ ਰਹਿਣਾ ਕਿਸੇ ਕੰਮ ਦਾ ਨਹੀਂ ਹੈ। ਜੇ ਨਿਤ ਸਿੱਧ ਸੋ ਦਾਸੀ ਭਈ, ਤੇ ਜਿਹੜੀਆਂ ਰਿੱਧੀਆਂ ਸਿੱਧੀਆਂ ਦਾ ਤੂੰ ਮਾਲਕ ਬਣਿਆ ਫਿਰਦਾ ਹੈ, ਇਹ ਰਿੱਧੀਆਂ ਸਿੱਧੀਆਂ ਹਮੇਸ਼ਾ ਹੀ ਸਾਡੇ ਚਰਨਾਂ ਪਾਸ ਖੜੀਆਂ ਰਹਿੰਦੀਆਂ ਨੇ, ਸਾਡੀਆਂ ਨੌਕਰ ਬਣ ਕੇ ਖੜੀਆਂ ਰਹਿੰਦੀਆਂ ਨੇ। ਲੀਏ ਦੇਵ ਤਰੋਵਰ ਸ੍ਰੀ ਹਰਿ ਨਾਮੁ, ਅਸੀਂ ਤਾਂ ਜੋ ਕਲਪ ਬ੍ਰਿਸ਼ ਵਰਗਾ ਪਰਮੇਸ਼ਰ ਦਾ ਨਾਮ ਹੈ ਨਾ ਉਸ ਨੂੰ ਹਮੇਸ਼ਾ ਜਪਦੇ, ਰਿੱਧੀਆਂ ਸਿੱਧੀਆਂ ਨੂੰ ਆਪਣੇ ਪੈਰਾਂ ਕੋਲ, ਪਰਮੇਸ਼ਰ ਦੇ ਨਾਮ ਨੂੰ ਆਪਣੇ ਸਿਰ ਦੇ ਉੱਪਰ ਆਪਣੇ ਦਿਲ ਦੇ ਵਿੱਚ ਰੱਖਦੇ ਹਾਂ। ਮਾਨਵ ਮਾਹੇ ਪੁਜਾਵਨ ਕੀ, ਤੇ ਜਿਹੜੇ ਲੋਕਾਂ ਦੇ ਕੋਲੋਂ ਪੂਜਾ ਕਰਵਾਉਣ ਦੀ ਇੱਛਾ ਹੈ, ਮਨ ਵਾਸਨ ਨਾਸ ਕਰੀ ਵਡ ਆਮੋ, ਇਹ ਤਾਂ ਅਸੀਂ ਬੜੇ ਲੰਬੇ ਸਮੇਂ ਪਹਿਲਾਂ ਹੀ ਮਨ ਦੇ ਵਿੱਚੋਂ ਇਹ ਵਾਸ਼ਨਾ ਸਾਰੀ ਹੀ ਨਾਸ਼ ਕਰ ਲਈ ਸੀ ਕਿ ਲੋਕ ਸਾਡੀ ਆਗਿਆ ਵਿੱਚ ਚੱਲਣ, ਸਾਡੇ ਹੁਕਮ ਵਿੱਚ ਚੱਲਣ, ਸਾਡਾ ਹੁਕਮ ਇਸ ਸੰਸਾਰ ਦੇ ਉੱਪਰ ਚੱਲੇ, ਜਾਂ ਲੋਕ ਸਾਡੀ ਸੇਵਾ ਦੇ ਵਿੱਚ ਖੜੇ ਰਹਿਣ। ਗੋਰਖਨਾਥ ਇਹ ਇੱਛਾ ਤਾਂ ਅਸੀਂ ਮਨ ਦੇ ਵਿੱਚੋਂ ਆਪਣੇ ਨਾਸ਼ ਕਰ ਲਈ ਹੈ। ਕਾਹੇ ਕੀ ਚਾਹੇ ਨਹੀਂ ਉਰਮਾਹੇ, ਤੇ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਦੀ ਸਾਡੀ ਇੱਛਾ ਨਹੀਂ ਰਹੀ। ਜੇਕਰ ਸਾਡੇ ਅੰਦਰ ਇੱਛਾ ਹੁੰਦੀ ਤੇ ਸਾਡਾ ਮੋਦੀ ਖਾਨੇ ਦਾ ਕੰਮ ਕਿੰਨਾ ਸੁੰਦਰ ਚੱਲ ਰਿਹਾ ਸੀ, ਸਾਡਾ ਪਰਿਵਾਰ ਕਿੰਨਾ ਸੁੰਦਰ ਸੀ, ਪਤਨੀ ਸੀ, 2 ਪੁੱਤਰ ਸਨ ਸਾਡੇ, ਕਿੰਨਾ ਸੁੰਦਰ ਪਰਿਵਾਰ ਸੀ, ਸਾਡਾ ਪਿਤਾ ਪਟਵਾਰੀ ਸੀ। ਅਸੀਂ ਜੇਕਰ ਕਿਸੇ ਚੀਜ਼ ਦੀ ਪ੍ਰਾਪਤੀ ਕਰਨੀ ਹੁੰਦੀ ਤੇ ਫਿਰ ਅਸੀਂ ਛੱਡਦੇ ਹੀ ਕਿਉਂ। ਸਾਡੇ ਮਨਾਂ ਅੰਦਰ ਕਿਸੇ ਵੀ ਚੀਜ਼ ਨੂੰ ਇੱਛਾ ਪ੍ਰਾਪਤ ਕਰਨ ਦੀ ਗੋਰਖਨਾਥ ਇੱਛਾ ਨਹੀਂ ਰਹੀ ਹੈ। ਭਗਾਏ ਰਹੇ ਸੁਖ ਭਾਵ ਰਾਮੋ, ਅਸੀਂ ਤਾਂ ਪਰਮੇਸ਼ਰ ਦੇ ਭਾਣੇ ਵਿੱਚ ਰਹਿੰਦੇ ਹਾਂ ਤੇ ਬਹੁਤਾ ਹੀ ਸੁਖ ਪਾਉਂਦੇ ਹਾਂ। ਸਵਈਆ ਗੋਰਖ ਸੁਣ ਸੁਨੇ ਜਬ ਬੈਨ, ਇਸ ਪ੍ਰਕਾਰ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਬਚਨ ਸਤਿਗੁਰਾਂ ਦਾ ਜਵਾਬ ਸੁਣਿਆ ਹੈ, ਲੱਖੀ ਮਨ ਮੈਂ ਇਹ ਮਾਨਤ ਨਹੀਂ। ਗੋਰਖਨਾਥ ਜਾਣ ਚੁੱਕਿਆ ਹੈ ਕਿ ਜਿਹੜਾ ਗੁਰੂ ਨਾਨਕ ਹੈ ਨਾ ਮੇਰੀਆਂ ਗੱਲਾਂ ਨਹੀਂ ਮੰਨੇਗਾ, ਮੇਰਾ ਚੇਲਾ ਨਹੀਂ ਬਣੇਗਾ। ਲਾਏ ਅਬੈ ਸ਼ਕਤੀ ਪੁਰਖੋ, ਤੇ ਹੁਣ ਰਿੱਧੀਆਂ ਸਿੱਧੀਆਂ ਦੇ ਨਾਲ ਇਸ ਗੁਰੂ ਨਾਨਕ ਦੀ ਸ਼ਕਤੀ ਦੀ ਪਰਖ ਕੀਤੀ ਜਾਵੇ, ਭਲਾ ਇਹਦੇ ਵਿੱਚ ਕਿੰਨੀ ਕੁ ਸ਼ਕਤੀ ਹੈ। ਮੁਖ ਬੋਲਤ ਹੈ ਕਿਦੋਂ ਸਾਚੋ ਪੀ ਆਹੀ, ਜਿਹੜਾ ਗੁਰੂ ਨਾਨਕ ਇਹ ਗੱਲਾਂ ਕਰਦਾ ਹੈ ਕਿ ਮੈਂ ਵਾਸ਼ਨਾ ਸਰੀਰ ਦੇ ਅੰਦਰੋਂ ਖਤਮ ਕਰ ਲਈ ਹੈ, ਬਹੁਤਾ ਲੰਬਾ ਸਮਾਂ ਜਿਉਂਦੇ ਰਹਿਣ ਦੀ ਇੱਛਾ ਨਹੀਂ, ਪਦਾਰਥਾਂ ਦੀ ਇੱਛਾ ਨਹੀਂ, ਰਿੱਧੀਆਂ ਸਿੱਧੀਆਂ ਮੇਰੇ ਚਰਨਾਂ ਪਾਸ ਰਹਿੰਦੀਆਂ ਨੇ, ਪਰਮੇਸ਼ਰ ਦਾ ਨਾਮ ਅਸੀਂ ਦਿਲ ਵਿੱਚ ਰੱਖਦੇ ਹਾਂ
ਗੋਰਖਨਾਥ ਸੋਚਦਾ ਹੈ ਕਿ ਗੁਰੂ ਨਾਨਕ ਜੋ ਗੱਲਾਂ ਕਰਦਾ ਹੈ ਇਹ ਸੱਚੀਆਂ ਹਨ ਜਾਂ ਝੂਠੀਆਂ ਨੇ। 49 ਸਿਲਾ ਪਰ ਬੈਸੇ ਗੁਰੂ। ਜਿਸ ਪੱਥਰ ਦੇ ਉੱਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਹੋਏ ਸਨ, ਗੋਰਖਨਾਥ ਵੀ ਸਤਿਗੁਰਾਂ ਦੇ ਸਾਹਮਣੇ ਬੈਠਾ ਸੀ। ਇਸ ਪ੍ਰਕਾਰ ਆਪਸ ਦੇ ਵਿੱਚ ਵਿਚਾਰਾਂ ਹੁੰਦੀਆਂ ਸਨ। ਗੋਰਖਨਾਥ ਮਨ ਅੰਦਰ ਸੋਚਦਾ ਹੈ ਕਿ ਜਿਸ ਪੱਥਰ ਦੇ ਉੱਪਰ ਸਤਿਗੁਰੂ ਜੀ ਬਿਰਾਜੇ ਨੇ, ਗਲਕੀਨ ਉਡਾਵਨ ਕੋ ਬਹੁਤਾ ਹੀ। ਕਿ ਮੈਂ ਪੂਰੇ ਬਲ ਦੇ ਨਾਲ ਇਸ ਪੱਥਰ ਨੂੰ ਇਸ ਪਹਾੜ ਨੂੰ, ਇਸ ਪੱਥਰ ਨੂੰ ਅਸਮਾਨ ਵਿੱਚ ਉਡਾ ਦੇਵਾਂ। ਗੁਰੂ ਨਾਨਕ ਦੇਵ ਜੀਆਂ ਨੂੰ ਧਰਤੀ ਦੇ ਉੱਪਰ ਬੁੱਧੇ ਮੂੰਹ ਸਿੱਟ ਦੇਵਾਂਗਾ ਤੇ ਨਾਲੇ ਸਤਿਗੁਰਾਂ ਦੀ ਸ਼ਕਤੀ ਦਾ ਪਤਾ ਲੱਗ ਜਾਵੇਗਾ ਕਿ ਕਿੰਨੀ ਕੁ ਸ਼ਕਤੀ ਦੇ ਮਾਲਕ ਨੇ। ਇਸ ਪ੍ਰਕਾਰ ਗੋਰਖਨਾਥ ਆਪਣਾ ਪੂਰਾ ਬਲ ਲਾਉਂਦਾ ਹੈ ਉਸ ਪੱਥਰ ਨੂੰ ਹਿਲਾਉਣ ਵਾਸਤੇ। ਨੈਕ ਹਲੀਨ ਹੈ ਅੰਗਦ ਲਾਪਸੀ। ਕਹਿੰਦੇ ਇੱਕ ਛਿਨ ਤੱਕ ਵੀ ਉਹ ਪੱਥਰ ਨਹੀਂ ਹਿੱਲਿਆ। ਗੋਰਖਨਾਥ ਨੇ ਆਪਣਾ ਪੂਰਾ ਜ਼ੋਰ, ਪੂਰੀ ਕਰਾਮਾਤ ਸ਼ਕਤੀ ਲਾ ਲਈ ਹੈ ਪੱਥਰ ਨੂੰ ਸੁੱਟਣ ਵਾਸਤੇ, ਸਤਿਗੁਰਾਂ ਨੂੰ ਸੁੱਟਣ ਵਾਸਤੇ। ਪਰ ਇਤਿਹਾਸ ਦੱਸ ਰਿਹਾ ਹੈ, ਭਾਈ ਬਾਲਾ ਜੀ ਕਹਿੰਦੇ ਅਸੀਂ ਖੜੇ ਵੇਖ ਰਹੇ ਸੀ ਕਿ ਇੱਕ ਛਿਣ ਮਾਤਰ ਵੀ, ਪਲ ਮਾਤਰ ਵੀ ਉਹ ਪੱਥਰ ਨਹੀਂ ਹਿੱਲਿਆ। ਜਾਣਿਓ ਪ੍ਰਤਾਪ ਸਹੀ ਮਨ ਮਾਹੀ। ਇਸ ਪ੍ਰਕਾਰ ਗੋਰਖਨਾਥ ਨੇ ਜਾਣ ਲਿਆ ਹੈ ਕਿ ਇਹ ਭਾਰੀ ਸ਼ਕਤੀ ਦਾ ਮਾਲਕ ਸਰਬ ਕਲਾ ਸਮਰੱਥ ਹੈ। ਜਿਉ ਕਰ ਗੋਰਖ ਲੋਭ ਭਇਓ। ਇਹ ਸੁਣ ਕਰਕੇ ਜਿਹੜਾ ਗੋਰਖਨਾਥ ਐਸੀ ਕਰਾਮਾਤ ਨੂੰ ਵੇਖ ਕਰਕੇ ਬੜਾ ਹੈਰਾਨ ਹੋਇਆ ਹੈ। ਔਰ ਬੀਚ ਵਿਚਾਰਤ ਜਾਪਤ ਸੋਈ। ਤੇ ਉੱਠ ਕਰਕੇ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਪਾਸੋਂ ਤੁਰ ਪਿਆ, ਕਿਉਂਕਿ ਸਾਰੀ ਸ਼ਕਤੀ ਕਰਾਮਾਤ ਵਿਖਾ ਲਈ ਹੈ ਪਰ ਕੋਈ ਜ਼ੋਰ ਨਹੀਂ ਚੱਲਿਆ ਸਤਿਗੁਰਾਂ ਉੱਪਰ। ਗੁੱਸੇ ਵਿੱਚ ਆ ਕੇ ਗੋਰਖਨਾਥ ਉੱਠਿਆ ਹੈ, ਆਪਣੇ ਚੇਲਿਆਂ ਨੂੰ ਨਾਲ ਲੈ ਕੇ ਤੁਰਿਆ ਹੈ। ਕੋਈ ਵੱਡੋ ਪ੍ਰਤਾਪ ਸੰਸਾਰ ਹੈ। ਤੇ ਇਹ ਤਾਂ ਕੋਈ ਵੱਡਾ ਮਹਾਂਪੁਰਖ ਹੈ। ਮਨ ਦੇ ਅੰਦਰ ਇਹ ਗੋਰਖਨਾਥ ਸੋਚਦਾ ਹੈ, ਜੋ ਹਮਰੋ ਇਹ ਸੇਵਕ ਹੋਈ। ਤੇ ਜੇਕਰ ਇਹ ਸਾਡਾ ਸੇਵਕ ਬਣ ਜਾਵੇ ਨਾ, ਜੇਕਰ ਇਹ ਮੇਰਾ ਚੇਲਾ ਬਣ ਜਾਵੇ, ਪੰਥ ਪ੍ਰਕਾਸ਼ ਵਿਸਾਲ ਕਰੇ ਮਨ। ਜਿਹੜਾ ਮੇਰਾ ਪੰਥ ਹੈ, ਜੋਗੀਆਂ ਦਾ ਜੋ ਪੰਥ ਹੈ ਨਾ, ਇਹ ਵੱਡੀ ਗਿਣਤੀ ਵਿੱਚ ਫੈਲ ਜਾਵੇਗਾ। ਜਸਮ ਔਰ ਨਾ ਦੀਸਤ ਕੋਈ। ਤੇ ਫਿਰ ਸਾਡੇ ਬਰਾਬਰ ਕੋਈ ਵੀ ਨਹੀਂ ਦੱਸੇਗਾ। ਜਦੋਂ ਇੰਨੀਆਂ ਸ਼ਕਤੀਆਂ ਦਾ ਮਾਲਕ ਮੇਰਾ ਚੇਲਾ ਬਣ ਜਾਵੇਗਾ, ਸੰਸਾਰ ਵਿੱਚ ਮੇਰੀ ਵਡਿਆਈ ਹੋਵੇਗੀ, ਫਿਰ ਮੇਰੇ ਬਰਾਬਰ ਖੜਨ ਵਾਲਾ ਕੋਈ ਨਜ਼ਰ ਨਹੀਂ ਆਵੇਗਾ। ਮਨ ਆਨ ਜੇ ਦੇਸ ਮਹਾਨ। ਜੇਕਰ ਇਹ ਮੇਰੀ ਆਣ ਮੰਨ ਲਵੇ, ਮੇਰੀ ਹੀਣ ਮੰਨ ਲਵੇ, ਬਨੈ ਸਭ ਥਾਨ ਮੈਂ ਸੇਵਕ ਲੋਈ। ਤੇ ਮੇਰਾ ਸੇਵਕ ਬਣ ਜਾਵੇ, ਫਿਰ ਸੰਸਾਰ ਦੇ ਵਿੱਚ ਮੇਰੀ ਜੈ ਜੈਕਾਰ ਹੋਵੇਗੀ, ਵਡਿਆਈ ਹੋਵੇਗੀ। ਇਹ ਜਾਂਦਾ ਜਾਂਦਾ ਗੋਰਖਨਾਥ ਆਪਣੇ ਮਨ ਹੀ ਮਨ ਵਿੱਚ ਸੋਚ ਰਿਹਾ ਹੈ, ਕਿਉਂਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਐਸੇ ਜਵਾਬ ਦਿੱਤੇ ਨੇ, ਐਸੀਆਂ ਸ਼ਕਤੀਆਂ ਸਤਿਗੁਰੂ ਜੀ ਧਾਰਨ ਕਰਕੇ ਮਹਾਰਾਜ ਬੈਠੇ ਨੇ ਕਿ ਗੋਰਖਨਾਥ ਦੀ ਕਿਸੇ ਵੀ ਸ਼ਕਤੀ ਦਾ, ਰਿੱਧੀ ਸਿੱਧੀ ਦਾ ਸਤਿਗੁਰਾਂ ਉੱਪਰ ਜ਼ੋਰ ਨਹੀਂ ਚੱਲਿਆ। ਪਰ ਮਨ ਦੇ ਵਿੱਚ ਗੋਰਖਨਾਥ ਦੇ ਇੱਛਾ ਬਹੁਤ ਹੀ ਵੱਧ ਗਈ ਹੈ ਕਿ ਇੰਨੀਆਂ ਸ਼ਕਤੀਆਂ ਦਾ ਮਾਲਕ ਜੇਕਰ ਮੇਰਾ ਚੇਲਾ ਬਣ ਜਾਵੇ, ਫਿਰ ਸੰਸਾਰ ਦੇ ਵਿੱਚ ਜਿਹੜਾ ਜੋਗੀਆਂ ਦਾ ਪੰਥ ਹੈ ਇਹ ਵਿਸ਼ਾਲ ਹੋਵੇਗਾ, ਵੱਡਾ ਹੋਵੇਗਾ। ਤੇ ਜੋ ਜੋਗੀਆਂ ਦੇ ਪੰਥ ਦਾ ਮੈਂ ਗੁਰੂ ਹਾਂ ਤੇ ਸਾਰਾ ਹੀ ਸੰਸਾਰ ਮੇਰੀ ਪੂਜਾ ਕਰੇਗਾ। ਇਹ ਮਨ ਹੀ ਮਨ ਵਿੱਚ ਸੋਚ ਰਿਹਾ ਹੈ, ਨਾਲੇ ਸਤਿਗੁਰਾਂ ਕੋਲੋਂ ਉੱਠ ਚੱਲਿਆ ਹੈ। ਇੱਥੋਂ ਤੱਕ ਅੱਜ ਦੀ ਕਥਾ ਵਿਚਾਰ ਆਈ ਹੈ ਸੰਗਤ ਜੀ। ਕੱਲ੍ਹ ਦੀਆਂ ਵਿਚਾਰਾਂ ਦੇ ਵਿੱਚ ਕਿਵੇਂ ਫਿਰ ਸਿੱਧਾਂ ਦੇ ਨਾਲ ਗੋਸ਼ਟੀ, ਸਿੱਧਾਂ ਦੇ ਨਾਲ ਸਤਿਗੁਰਾਂ ਦੀਆਂ ਵਿਚਾਰਾਂ ਹੋਣਗੀਆਂ, ਸ਼ਰਵਣ ਕਰਾਂਗੇ। ਇੱਥੇ ਹੀ ਵਿਸ਼ਰਾਮ ਲੈਂਦੇ ਹਾਂ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਗੁਰੂ ਦਾ ਇਤਿਹਾਸ ਸ਼ਬਦ ਜਾਣ ਕੇ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਸਾਡਾ ਲੋਕ ਔਰ ਪਰਲੋਕ ਸਬਰ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਦੇ ਨਾਲ ਜੁੜੀਏ, ਸਮਾਪਤੀ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਿਧੀ
ਮਨ ਵਜੀਆਂ ਬਾਧਾਈਆਂ। ਰਾਗ ਰਤਨ ਪਰਵਾਰ ਪਰਿਆ ਸ਼ਬਦ ਕਾ ਬਣਾਇਆ, ਸ਼ਬਦੋ ਤਾ ਕਾ ਬਹਾਰੀ, ਮੇਰਾ ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ, ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਨੂੰ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਤੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ, ਨਾਮ ਤਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਚਾ ਨਾਮ ਮੇਰਾ ਆਧਾਰੋ ਸਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਮਨ ਆਏ ਵਸਿਆ, ਜਿਨ ਇੱਛਾ ਸਭ 부ਝਾਈਆਂ। ਸਦਾ ਕੁਰਬਾਨ ਕੀਤਾ ਗੁਰ ਬਿਟਹੁ, ਜਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਨੋ ਸੰਤੋ ਸ਼ਬਦ ਧਰਮੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਜਤ ਘਰ ਸੁਭਾਗੈ, ਘਰ ਸੁਭਾਗੈ, ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤਹ ਸਤ ਹੋਆ ਤਿਤ ਕਰ ਅਨਹਦ ਵਾਜੇ, ਅਨੰਦ ਸਮਹੁ ਵਡ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਤੇਰੇ ਉਤਰੇ ਸੁਣੀ ਸਚੀ ਬਾਣੀ, ਸੰਤ ਸਾਜਨ ਭਏ, ਸਾਸੇ ਪੂਰੇ ਕੁਰਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਬਾਜੇ ਅਨਹਦ ਤੂਰੇ। ਸਲੋਕ ਭਗਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ, ਦਾਇਆ ਖੇਲੇ ਸਗਲ ਜਗਤ। ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੇ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੇ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ